ਵੈਲਕਮ ਟੂ ਬ੍ਰੌਡਵੇ A to E ਅਕੈਡਮੀ। ਮੈਂ ਰੋਹਿਣੀ ਸਵਾਗਤ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਸਾਡੇ ਓਫੀਸ਼ੀਅਲ YouTube ਚੈਨਲ ਤੇ। ਐਂਡ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਸਾਰਿਆਂ ਨਾਲ ਗੱਲ ਕਰਨ ਜਾ ਰਹੀ ਹਾਂ ਡਿਓਲਿੰਗੋ ਇੰਗਲਿਸ਼ ਟੈਸਟ ਬਾਰੇ। ਐਂਡ ਡਿਓਲਿੰਗੋ ਇੰਗਲਿਸ਼ ਟੈਸਟ ਵਿੱਚ ਯੂਜ਼ ਹੋ ਰਹੇ ਕੁਝ ਕੁਐਸਚਨਸ ਜਿਹੜੇ ਕਿ ਤੁਸੀਂ ਆਪਣੇ ਫਾਈਨਲ ਟੈਸਟ ਵਿੱਚ ਐਕਸਪੀਰੀਅੰਸ ਕਰ ਸਕਦੇ ਹੋ। ਐਂਡ ਉਹ ਟਾਈਪ ਆਫ ਕੁਐਸਚਨ ਹੈ ਰਿਲੇਟਡ ਟੂ ਸਪੀਕਿੰਗ। ਸੋ ਸਪੀਕਿੰਗ ਡਿਓਲਿੰਗੋ ਦਾ ਇੱਕ ਐਸਾ ਸਪੈਸੀਫਿਕ ਪਾਰਟ ਹੈ ਜਿਹਦੇ ਵਿੱਚ ਮੋਸਟ ਆਫ ਦ ਸਟੂਡੈਂਟਸ ਨੂੰ ਪ੍ਰੋਬਲਮ ਆ ਰਹੀ ਹੈ। ਕਾਫੀ ਸਾਰੇ ਸਟੂਡੈਂਟਸ ਜਿਹੜੇ ਸਾਡੇ ਨਾਲ ਜੁੜੇ ਆ, ਜਿਹੜੇ ਡਿਓਲਿੰਗੋ ਕਰ ਰਹੇ ਆ, ਉਹਨਾਂ ਦੀ ਇਹ ਕੁਐਰੀ ਹੈ ਕਿ ਡਿਓਲਿੰਗੋ ਸਪੀਕਿੰਗ ਵਿੱਚ ਆਪਾਂ ਕਿਵੇਂ ਇੰਪਰੂਵ ਕਰ ਸਕਦੇ ਹਾਂ। ਸੋ ਅੱਜ ਮੇਰੀ ਪੂਰੀ ਵੀਡੀਓ ਬੇਸਡ ਰਹੇਗੀ ਡਿਓਲਿੰਗੋ ਸਪੀਕਿੰਗ ਨੂੰ ਲੈ ਕੇ। ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਤਾਂ ਕਿ ਤੁਸੀਂ ਆਪਣੀ ਸਪੀਕਿੰਗ ਵਿੱਚ ਆ ਰਹੀ ਪ੍ਰੋਬਲਮਸ ਨੂੰ ਜ਼ਰੂਰ ਓਵਰਕਮ ਕਰ ਸਕੋ। ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਡਿਓਲਿੰਗੋ ਸਪੀਕਿੰਗ ਦੀ, ਸੋ ਡਿਓਲਿੰਗੋ ਸਪੀਕਿੰਗ ਤੁਹਾਨੂੰ ਕੁਝ ਰਿਪੀਟਡ ਟਾਈਮਸ ਆਪਣੇ ਟੈਸਟ ਵਿੱਚ ਪੁੱਛੇ ਜਾਂਦੇ ਆ। ਇਹਦੇ ਵਿੱਚ ਟਾਈਪ ਆਫ ਕੁਐਸਚਨਸ ਜਿਹੜੇ ਟਾਸਕ ਹੈ ਉਹ ਡਿਵਾਈਡਡ ਨੇ ਕੁਝ ਸਪੈਸੀਫਿਕ ਕੈਟਾਗਰੀਜ਼ ਦੇ ਵਿੱਚ। ਜਿਹੜੀ ਸਭ ਤੋਂ ਪਹਿਲਾਂ ਕੈਟਾਗਰੀ ਆਉਂਦੀ ਹੈ ਸਪੀਕਿੰਗ ਦੀ, ਉਹ ਹੈ one picture description task. So basically in your Duolingo test you will experience a picture description task where you can see image on your screen and you have to explain it. So जो भी ਤੁਸੀਂ image ਵਿੱਚ ਦੇਖ ਰਹੇ ਹੋ ਇਸ ਚੀਜ਼ ਦਾ ਖਿਆਲ ਰੱਖੋ ਕਿ ਉਸ image ਵਿੱਚ visible, noticeable ਹਰ ਇੱਕ ਚੀਜ਼ ਤੁਸੀਂ ਆਪਣੀ speaking ਦੇ ਵਿੱਚ add ਕਰੋ। Most of the students they just give brief information about the image ਕਿ image ਵਿੱਚ ਕੀ ਹੋ ਰਿਹਾ ਹੈ। फॉर एग्जाम्पल जे इमेज विच किसी फोटोग्राफर की इमेज दी गई है एंड वो फोटोग्राफर किसी चीज़ की इमेज क्लिक कर रहा है, पिक्चर क्लिक कर रहा है। सो जस्ट स्टूडेंट इन जस्ट वन स्टेटमेंट इस चीज़ में एक्सप्लेन कर देंगे है कि द फोटोग्राफर इज क्लिकिंग पिक्चर ऑफ समथिंग। दैन ये सारी डिस्क्रिप्शन देनी जरूरी है, तुसी पूरा उन्होंने एक्सप्लेन करो। इमेज दे विच हर एक नोटिसेबल फैक्टर, इट कैन बी द फोटोग्राफ, it can be the photographer, camera और ਉਹਦੀ ਜਿਹੜੀ instrument ਉਹ use ਕਰ ਰਿਹਾ ਹੈ, location, ਤੁਸੀਂ ਕੀ ਚੀਜ਼ observe ਕਰ ਰਹੇ ਹੋ, ਉਹਨੇ ਕਿਸ ਤਰੀਕੇ ਦੇ attires wear ਕੀਤੇ ਹੈ, ਹੋਰ ਕਿਹੜੀਆਂ ਚੀਜ਼ਾਂ like day ਹੈ, night ਹੈ, mountains ਹੈ, river ਹੈ, land ਹੈ, ਇਹ ਸਾਰੀ ਚੀਜ਼ ਤੁਸੀਂ ਦੱਸ ਸਕਦੇ ਹੋ ਆਪਣੀ image description ਦੇ ਵਿੱਚ। make sure you need to add more vocabulary in your speaking। ਜੇ ਤੁਸੀਂ ਚਾਹੁੰਦੇ ਹੋ ਆਪਣੀ speaking ਦੇ ਵਿੱਚ ਤੁਹਾਡੇ scores increase ਹੋ ਜਾਣ ਜਾਂ ਤੁਸੀਂ practice test ਕਰ ਰਹੇ ਹੋ and still you having problem कि तेरे scores नहीं बढ़ रहे, it can be possible because of non-grammatical variation in sentences कि तुसी अपने sentences ਵਿੱਚ variations नहीं लेके आ रहे and additionally vocabulary ਜਿਹੜੀ ਹੈ ਉਹ ਵੀ limited है। so common words ਨੂੰ replace ਕਰ दो, add करो ਵਧੀਆ ਐਡਵਾਂਸ ਵੋਕੈਬਲਰੀ ਵਰਡਸ ਨੂੰ। ਇਮੇਜ ਡਿਸਕ੍ਰਿਪਸ਼ਨ ਤੋਂ ਇਲਾਵਾ ਜਿਹੜੇ ਹੋਰ ਅਲੱਗ ਤਰੀਕੇ ਦੇ ਤੁਹਾਨੂੰ ਕੁਐਸਚਨ ਇੱਥੇ ਪੁੱਛੇ ਜਾਂਦੇ ਆ ਉਹਦੇ ਵਿੱਚ 3 ਇੰਡੀਪੈਂਡੈਂਟ ਸਪੀਕਿੰਗ ਟਾਸਕ ਹੈ। 3 ਇੰਡੀਪੈਂਡੈਂਟ ਸਪੀਕਿੰਗ ਟਾਸਕ ਦਾ ਮਤਲਬ ਇਹ ਹੈ ਕਿ ਤੁਹਾਨੂੰ ਕੁਝ ਟੌਪਿਕ ਦਿੱਤੇ ਜਾਣਗੇ, ਉਸ ਟੌਪਿਕ ਦੇ ਉੱਤੇ ਤੁਹਾਡੇ ਕੋਲ 90 ਸੈਕਿੰਡਸ ਦਾ ਟਾਈਮ ਰਹਿੰਦਾ। ਇਟ ਮੀਨਸ 90 seconds means 1.5 minute, that means 1.5 मिनट ਦਾ ਤੁਹਾਡੇ ਕੋਲ ਟਾਈਮ ਹੈ ਸਪੀਕਿੰਗ ਦੇ ਲਈ। ਐਂਡ ਉਹਨੂੰ ਪ੍ਰਿਪੇਅਰ ਕਰਨ ਦੇ ਉਹਨੂੰ ਮਿਨੀਮਮ ਤੁਸੀਂ 30 seconds ਦੇ ਵਿੱਚ ਆਨਸਰ ਦੇ ਸਕਦੇ ਹੋ। ਬਟ ਆਈ ਵਿਲ ਨੈਵਰ suggest you to speak for only 30 seconds because it will not help you to gain good scores। ਤੁਸੀਂ at end of the practice test ਆਪਣੇ ਸਿਰਫ 85 or 75 ਤੱਕ ਦਾ ਸਕੋਰ ਹੀ ਅਚੀਵ ਕਰ ਪਾਓਗੇ। ਸੋ ਇਟਸ ਬੈਟਰ ਕਿ ਤੁਸੀਂ ਐਕਸਟੈਂਡਡ ਆਨਸਰ ਦਿਓ ਇਨ ਇੰਡੀਪੈਂਡੈਂਟ ਸਪੀਕਿੰਗ ਟਾਸਕ। ਇੰਡੀਪੈਂਡੈਂਟ ਸਪੀਕਿੰਗ ਟਾਸਕ ਦੀ ਜਿੱਥੇ ਮੈਂ ਗੱਲ ਕਰ ਰਹੀ ਹਾਂ ਉਹ 2 ਪਾਰਟਸ ਦੇ ਵਿੱਚ ਡਿਵਾਈਡ ਹੈ। ਉਹਦੇ ਵਿੱਚ ਸਭ ਤੋਂ ਪਹਿਲਾ ਟਾਸਕ ਜਿਹੜਾ ਆਉਂਦਾ ਹੈ ਉਹ ਐਸਾ ਹੋਏਗਾ ਜਿਹਦੇ ਵਿੱਚ ਰਿਟਨ ਪ੍ਰੌਂਪਟ ਹੋਏਗਾ ਔਨ ਯੋਰ ਸਕਰੀਨ। ਯੈਸ ਦੈਟ ਮੀਨਸ 2 ਵਿਦ ਅ ਰਿਟਨ ਪ੍ਰੌਂਪਟ ਕਿ ਜੋ ਵੀ ਤੁਹਾਨੂੰ 2 ਅਲੱਗ ਟੌਪਿਕ ਆਉਣਗੇ ਉਹ ਤੁਹਾਡੇ ਸਕਰੀਨ ਦੇ ਉੱਤੇ ਡਿਸਪਲੇ ਹੁੰਦੇ ਆ ਰਿਟਨ ਫਾਰਮ ਦੇ ਉੱਤੇ। ਉਹ ਤੁਸੀਂ ਪੜ੍ਹ ਕੇ ਐਂਡ ਦੈਨ ਤੁਸੀਂ ਉਹਨੂੰ ਉਹਦਾ ਆਨਸਰ ਦੇ ਸਕਦੇ ਹੋ, ਰਾਈਟ। ਇਸ ਤੋਂ ਇਲਾਵਾ ਇੱਕ ਦੂਸਰਾ ਜਿਹੜਾ ਟਾਈਪ ਆਫ ਕੁਐਸਚਨ ਹੈ, ਜਿਹੜਾ ਥਰਡ ਟਾਈਪ ਆਫ ਇੰਡੀਪੈਂਡੈਂਟ ਸਪੀਕਿੰਗ ਹੈ, ਉਹ ਤੁਹਾਨੂੰ 1 ਵਿਦ ਓਰਲ ਦੈਟ ਮੀਨਸ ਲਿਸਨਿੰਗ ਪ੍ਰੌਂਪਟ ਦੇ ਨਾਲ ਆਉਂਦਾ। ਦੈਟ ਮੀਨਸ ਤੁਹਾਨੂੰ ਇੱਕ ਸਪੀਕਰ ਦੀ ਆਵਾਜ਼ ਸੁਣਾਈ ਜਾਏਗੀ, ਤੁਹਾਨੂੰ ਕੁਐਸਚਨ ਸੁਣਾਇਆ ਜਾਏਗਾ, ਯੂ ਹੈਵ ਟੂ ਲਿਸਨ ਦ ਕੁਐਸਚਨ ਐਂਡ ਦੈਨ ਯੂ ਹੈਵ ਟੂ ਆਨਸਰ ਇਟ। ਸੋ ਇਹ ਜਿਹੜੇ 2 ਇੰਡੀਪੈਂਡੈਂਟ ਸਪੀਕਿੰਗ ਟਾਸਕਸ ਹੈਗੇ ਆ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਪਰਫਾਰਮ ਕਰਨ ਦਾ ਸਭ ਤੋਂ ਇੱਕ ਈਜ਼ੀ ਵੇ ਇਹ ਹੈ ਕਿ ਤੁਸੀਂ ਐਕਸਟੈਂਡਡ ਆਨਸਰ ਦਿਓ। ਡੋਂਟ ਗਿਵ ਸ਼ਾਰਟ ਆਨਸਰ, ਡੋਂਟ ਗਿਵ ਆਨਸਰ ਇਨ 30 seconds only। Definitely many students have this query that they mention or they ask you to speak for 30 seconds minimum, but ਜੇ ਤੁਸੀਂ ਸਿਰਫ 30 seconds ਦੀ ਸਪੀਕਿੰਗ ਦੇ ਰਹੇ ਹੋ it will not add any points in your speaking test। So
in case जब ਤੁਹਾਡੇ ਕੋਲ 1.5 minute ਦਾ time ਹੈ, that means you are having 1.5 minute, then you can speak for at least 80 seconds. 90 seconds ਵਿੱਚੋਂ ਤੁਸੀਂ 80 seconds ਦਾ ਜਿਹੜਾ time ਹੈ ਉਹ ਆਪਣੇ topic ਨੂੰ explain ਕਰਨ ਦੇ ਵਿੱਚ ਲਗਾ ਸਕਦੇ ਹੋ, and rest of the time you can use to submit your answer. Okay, ਜੇ ਤੁਸੀਂ 80 seconds or 85 seconds ਦਾ time ਲੈ ਰਹੇ ਹੋ ਆਪਣੀ speaking ਨੂੰ extended answer ਦੇ ਰਹੇ ਹੋ, then only you can expect more scores like 110 or 120 ਦਾ ਜੇ ਤੁਹਾਡਾ target ਹੈ, then you can definitely get that score if you give extended answer. So ਇਹਦੇ ਵਿੱਚ ਤੁਹਾਨੂੰ extended answer ਦੇ ਤੁਸੀਂ ਕਿਵੇਂ ਸਕਦੇ ਹੋ, ਤੁਸੀਂ ਕੀ ਕਰ ਸਕਦੇ ਹੋ ਜਿਹਦੇ ਨਾਲ ਤੁਹਾਡਾ answer ਜਿਹੜਾ ਹੈ ਉਹ elaborate ਹੋ ਜੇ। ਜੇ ਤੁਸੀਂ ਜ਼ਿਆਦਾ नहीं बोल पा रहे, then try to give elaborative answers. सब तो पहला I will only recommend you to read the question. ਜਿਹੜੇ bullet points है, ਜਿਹੜੇ sub points है, sub questions है, ਉਹਨਾਂ ਨੂੰ initially ਪੜ੍ਹਨ ਦੀ need ਨਹੀਂ ਹੈਗੀ, because if you go with the sub questions initially, then you will lost all the time. ਤੁਹਾਡਾ ਸਾਰਾ ਜਿਹੜਾ time ਹੈ ਉਹ ਸਿਰਫ question ਨੂੰ ਪੜ੍ਹਨ ਵਿੱਚ ਹੀ ਨਿਕਲ ਜਾਏਗਾ। So it's important to just take an overview of the question. Like for an example, ਜੇ ਤੁਹਾਨੂੰ question ਆਇਆ ਹੈ talk about the book you recently read, and ਉਹਦੇ ਨੀਚੇ ਕੁਝ points ਨੇ like when you read it, where you read it, how you felt about it, and why you feel it was an interesting book. So ਇਹ ਜੇ ਤੁਹਾਨੂੰ sub questions ਦਿੱਤੇ ਗਏ ਨੇ, so it's not required to read all the questions, sub questions initially. Just go with the first question, ਜਿਹੜਾ main question ਹੈ ਉਹਦੇ ਨਾਲ ਜਾਓ, ਉਹਨੂੰ read ਕਰੋ, and one by one you can explain all the other questions while giving speaking. I know many teachers and they ask you to make a story. ਹੁਣ Duolingo ਦੇ ਵਿੱਚ story ਬਣਾਉਣ ਦੀ ਨੀਡ ਨਹੀਂ ਹੈਗੀ, otherwise you get confused, ਬਹੁਤ ਜ਼ਿਆਦਾ puzzle ਹੋ ਜਾਓਗੇ। ਹੁਣ ਤੁਸੀਂ 1 and 1.5 minute ਦੇ ਵਿੱਚ ਕਿੰਨੀ ਕੁ story ਬਣਾ ਲਓਗੇ। So just elaborate the answer, elaborate the situation a little. ਉਹਦੇ ਵਿੱਚ ਤੁਸੀਂ ਆਪਣਾ opinion add ਕਰ ਸਕਦੇ ਹੋ, ਤੁਸੀਂ example add ਕਰ ਸਕਦੇ ਹੋ ਜਿਹਦੇ ਨਾਲ ਤੁਹਾਡਾ answer ਜਿਹੜਾ ਹੈ ਉਹ elaborative ਹੋ ਜੇ। So ਜਿਹੜੇ ਮੈਂ ਤੁਹਾਨੂੰ tasks ਦੱਸੇ ਹੈ speaking ਦੇ ਵਿੱਚ, ਇਹਨਾਂ ਨੂੰ improve ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ it will not affect your speaking only, but ਇਹਦੇ ਨਾਲ ਤੁਹਾਡੇ other parts ਦੀ ਵੀ ਜਿਹੜੀ ਜਿਹੜੀ scores ਹੈ ਉਹਦੇ ਵਿੱਚ ਵੀ effect ਪਏਗਾ। For example literacy, ਜਿਹਦੇ ਵਿੱਚ listening and reading ਆ ਰਹੀ ਹੈ। ਜਿਹੜਾ ਸਭ ਤੋਂ ਪਹਿਲਾ first task speaking ਦਾ ਮੈਂ ਤੁਹਾਨੂੰ ਦੱਸਿਆ with a written prompt, ਇਹ ਜਿਹੜਾ type of question ਹੈ ਇਹ affect karega reading and speaking nu, because you have to read the question mentioned on screen and then you have to speak. ਇਸ ਤੋਂ ਇਲਾਵਾ ਜਿਹੜਾ ਮੈਂ ਸੈਕੰਡ ਟਾਈਪ ਆਫ ਤੁਹਾਨੂੰ ਟਾਸਕ ਦੱਸਿਆ ਹੈ ਇੰਡੀਪੈਂਡੈਂਟ ਸਪੀਕਿੰਗ, ਉਹਦੇ ਵਿੱਚ ਜਦ ਤੁਹਾਨੂੰ ਓਰਲ ਔਰ ਦੈਟ ਮੀਨਸ ਲਿਸਨਿੰਗ ਪ੍ਰੌਂਪਟ ਆਏਗਾ, ਜਦ ਤੁਹਾਨੂੰ ਤੁਸੀਂ ਸੁਣ ਕੇ ਆਨਸਰ ਦੇਣਾ ਹੈ, ਇਹਦੇ ਵਿੱਚ ਤੁਹਾਡੀ ਲਿਸਨਿੰਗ ਵੀ ਜੱਜ ਹੋ ਰਹੀ ਹੈ ਐਂਡ ਦੈਨ ਐਟ ਦ ਸੇਮ ਟਾਈਮ ਤੁਹਾਡੀ ਸਪੀਕਿੰਗ ਵੀ ਜੱਜ ਹੋ ਰਹੀ ਹੈ। ਸੋ ਟਰਾਈ ਟੂ ਗਿਵ ਆਨਸਰਸ ਇਨ ਅ ਪ੍ਰੋਪਰ ਪਲਾਨਡ ਵੇ। ਤੁਸੀਂ ਇਸ ਤਰੀਕੇ ਦੇ ਦੱਸੇ ਗਏ ਟਿਪਸ ਐਂਡ ਟੈਕਨੀਕਸ ਨੂੰ ਫੋਲੋ ਕਰੋ ਜਿਹਦੇ ਨਾਲ ਤੁਸੀਂ ਆਪਣੇ ਡਿਓਲਿੰਗੋ ਟੈਸਟ ਵਿੱਚ ਆ ਰਹੀ ਸਪੀਕਿੰਗ ਦੇ ਰਿਲੇਟਿਡ ਪਰੇਸ਼ਾਨੀਆਂ ਨੂੰ ਸੋਲਵ ਕਰ ਸਕੋ ਐਂਡ ਈਜ਼ੀਲੀ 110 120 ਦਾ ਟਾਰਗੇਟ ਤੁਸੀਂ ਆਪਣੇ ਫਾਈਨਲ ਟੈਸਟ ਵਿੱਚ ਅਚੀਵ ਕਰੋ। ਡਿਓਲਿੰਗੋ ਟੈਸਟ ਨੂੰ ਲੈ ਕੇ ਕੋਈ ਡਾਊਟ ਹੋਵੇ, ਕੋਈ ਪਰੇਸ਼ਾਨੀ ਜਾਂ ਪ੍ਰੈਕਟਿਸ ਟੈਸਟਸ ਨੂੰ ਲੈ ਕੇ ਕੋਈ ਕਨਫਿਊਜ਼ਨ ਹੋਵੇ ਤਾਂ ਤੁਸੀਂ ਨੀਚੇ ਦਿੱਤੇ ਗਏ ਹੈਲਪਲਾਈਨ ਨੰਬਰ ਤੇ ਕਾਲ ਕਰੋ ਐਂਡ ਟੀਮ ਦੇ ਨਾਲ ਡਾਇਰੈਕਟਲੀ ਸੰਪਰਕ ਕਰੋ। ਧੰਨਵਾਦ।